Hello everyone, today's lecture of theories and the topic about new education regulation it under Pharmacy Act. Firstly, it diploma course in pharmacy important guidelines. Diploma course in pharmacy ਦੇ ਲਈ ਜਿਹੜੀਆਂ important guidelines ਉਹ ਕੀ ਆ qualification for admission to diploma in pharmacy first year ਕਿਹੜੇ ਪਰਸਨ ਡਿਪਲੋਮਾ ਇਨ ਫਾਰਮੇਸੀ ਡਿਪਲੋਮਾ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਫਸਟ ਈਅਰ ਦੇ ਵਿੱਚ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਜਿਹੜਾ ਕੈਂਡੀਡੇਟ ਆ ਉਹ ਪਾਸ ਹੋਣਾ ਚਾਹੀਦਾ ਐਨੀ ਫੋਲੋਇੰਗ ਐਗਜ਼ਾਮੀਨੇਸ਼ਨ ਵਿਦ ਕੈਮਿਸਟਰੀ ਫਿਜ਼ਿਕਸ ਐਂਡ ਬਾਇਓਲੋਜੀ ਉਹਨੇ +2 ਕਿਹਦੇ ਨਾਲ ਕੀਤੀ ਹੋਣੀ ਹੈ ਫਿਜ਼ਿਕਸ ਕੈਮਿਸਟਰੀ ਜਾਂ ਬਾਇਓਲੋਜੀ ਦੇ ਨਾਲ ਦੈਨ ਇੰਟਰਮੀਡੀਏਟ ਐਗਜ਼ਾਮੀਨੇਸ਼ਨ ਇਨ ਸਾਇੰਸ ਦੇ ਵਿੱਚ ਹੋਣਾ ਚਾਹੀਦਾ ਹੈ ਦਾ ਫਸਟ ਈਅਰ ਆਫ to the 3-year degree course in the science 3-year degree courses in science ਦੇ ਵਿੱਚ ਹੋਣੇ ਚਾਹੀਦੇ ਨੇ ਦੈਨ ਉਹਨਾਂ ਦਾ ਕੀ ਆ +2 ਐਗਜ਼ਾਮੀਨੇਸ਼ਨ ਹੋਣੇ ਚਾਹੀਦੇ ਨੇ ਐਕੈਡੈਮਿਕ ਜਿਹੜੀ ਸਟਰੀਮ ਆ ਸਾਇੰਸ ਦੀ ਹੋਣੀ ਚਾਹੀਦੀ ਹੈ ਪ੍ਰੀ ਡਿਗਰੀ ਐਗਜ਼ਾਮੀਨੇਸ਼ਨ ਹੋਣੀ ਚਾਹੀਦੀ ਹੈ ਜਾਂ ਫਿਰ ਐਨੀ ਅਦਰ ਕੁਆਲੀਫਿਕੇਸ਼ਨ ਅਪਰੂਵਡ ਬਾਈ ਦਾ ਫਾਰਮੇਸੀ ਕਾਉਂਸਲ ਆਫ ਇੰਡੀਆ ਜਾਂ ਫਿਰ ਉਹਦੇ ਕੋਲ ਕੋਈ ਵੀ ਅਦਰ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਕਿ ਅਪਰੂਵਡ ਹੋਣੀ ਚਾਹੀਦੀ ਹੈ ਫਾਰਮੇਸੀ ਕਾਉਂਸਲ ਆਫ ਇੰਡੀਆ ਦੇ ਦੁਆਰਾ ਕਿਹਦੇ ਲਈ ਡਿਪਲੋਮਾ ਕੋਰਸ ਦੇ ਲਈ ਦੈਨ ਜਿਹੜੀ ਡਿਊਰੇਸ਼ਨ ਆਫ ਕੋਰਸ ਇਹ ਡਿਊਰੇਸ਼ਨ ਆਫ ਕੋਰਸ ਕਿੰਨੇ ਟਾਈਮ ਦਾ ਹੁੰਦਾ 2 ਐਕੈਡੈਮਿਕ ਈਅਰ ਆਫ ਮਿਨੀਮਮ 180 ਵਰਕਿੰਗ ਡੇਜ਼ ਹੁੰਦੇ ਨੇ ਇਹਦੇ ਵਿੱਚ ਅਤੇ 500 ਆਰਟਸ ਹੁੰਦੇ ਨੇ ਪ੍ਰੈਕਟੀਕਲ ਟ੍ਰੇਨਿੰਗ ਦੇ ਲਈ ਸਪਰੈਡ ਓਵਰ ਅ ਪੀਰੀਅਡ ਆਫ ਨਾਟ ਲੈਸ ਦੈਨ 3 ਮੰਥਸ ਮਤਲਬ ਨਾਟ ਲੈਸ ਦੈਨ 3 ਮੰਥਸ ਤੋਂ ਇਹ ਘੱਟ ਨਹੀਂ ਹੋਣਾ ਚਾਹੀਦਾ ਆਫਟਰ ਕੰਪਲੀਟਿੰਗ ਦਾ ਕੋਰਸ ਤੋਂ ਬਾਅਦ ਉਹਨਾਂ ਕੋਲ 3 ਮੰਥ ਤੋਂ ਵੱਧ ਦਾ ਐਕਸਪੀਰੀਅੰਸ ਜਿਹੜਾ ਹੋਣਾ ਚਾਹੀਦਾ ਹੈ ਐਗਜ਼ਾਮੀਨੇਸ਼ਨ ਸਕੀਮ ਸੈਸ਼ਨਲ there shall be at least 2 periodic sessional examination during each academic year ਇਹਦੇ ਵਿੱਚ ਕੀ ਆ ਕਿ ਜਿਹੜੇ ਐਟਲੀਸਟ 2 ਪੀਰੀਓਡਿਕ ਸੈਸ਼ਨਲ ਹੋਣੇ ਚਾਹੀਦੇ ਨੇ ਪੂਰੇ ਸਾਲ ਦੇ ਵਿੱਚ ਦ ਹਾਈਐਸਟ ਐਗਰੇਟਡ ਆਫ ਐਨੀ 2 ਪਰਫੋਰਮੈਂਸ ਸ਼ੈਲ ਫਰੋਮ ਦ ਬੇਸਿਸ ਆਫ ਕੈਲਕੂਲੇਟਿੰਗ ਸੈਸ਼ਨਲ ਮਾਰਕਸ ਜਿਹੜੇ ਮਤਲਬ ਕਿ ਉਹਨਾਂ ਦੇ ਕੀ ਆ ਜਿਹੜੇ ਹਾਈਐਸਟ ਆਫ ਪਰਫੋਰਮੈਂਸ ਆ ਉਹ ਲੱਗਣੀਆਂ ਚਾਹੀਦੀਆਂ ਨੇ ਸੈਸ਼ਨਲ ਮਾਰਕਸ ਇਨ ਦਾ ਪ੍ਰੈਕਟੀਕਲ ਸ਼ੈਲ ਬੀ ਅਲੋਟਡ ਐਜ਼ ਦਾ ਫੋਲੋਇੰਗ ਜਿਹੜੇ ਸੈਸ਼ਨਲ ਮਾਰਕਸ ਹੁੰਦੇ ਨੇ ਉਹ ਕਿਵੇਂ ਹੋਣੇ ਚਾਹੀਦੇ ਨੇ ਐਕਚੁਅਲ ਪਰਫੋਰਮੈਂਸ ਇਨ ਦਾ ਸੈਸ਼ਨਲ ਮਾਰਕਸ ਜਿਹੜੀ ਸੈਸ਼ਨਲ ਮਾਰਕ ਦੇ ਵਿੱਚ ਉਹਨਾਂ ਦੀ ਐਕਚੁਅਲ ਪਰਫੋਰਮੈਂਸ ਕਿੰਨੀ ਆ ਉਹ 15 ਮਾਰਕਸ ਦੀ ਹੋਣੀ ਚਾਹੀਦੀ ਆ ਅਤੇ ਜਿਹੜੀ ਉਹਨਾਂ ਦੀ ਡੇ ਟੂ ਡੇ ਅਸੈਸਮੈਂਟ ਆ ਪ੍ਰੈਕਟੀਕਲ ਕਲਾਸ ਵਰਕ ਦੀ ਉਹ ਵੀ 15 ਮਾਰਕਸ ਦੀ ਹੋਣੀ ਚਾਹੀਦੀਆਂ ਨੇ ਅਤੇ ਜਿਹੜੀਆਂ ਸੈਸ਼ਨਲ ਮਾਰਕਸ ਇਹਨਾਂ ਥਿਊਰੀ ਸਬਜੈਕਟ ਆ ਉਹ ਕਿੰਨੇ ਦੇ ਹੋਣੇ ਚਾਹੀਦੇ ਨੇ 20 ਦੇ ਹੋਣੇ ਚਾਹੀਦੇ ਦੈਨ ਇੰਪਰੂਵਮੈਂਟ ਆਫ ਸੈਸ਼ਨਲ ਮਾਰਕਸ improvement candidate who wish to improve sessional marks can do so by appearing in two additional sessional examination during the next academic year ਮਤਲਬ ਕਿ ਕਿਹੜਾ ਕੈਂਡੀਡੇਟ ਆ ਉਹ ਕਿ ਆਪਦੇ ਸੈਸ਼ਨਲ ਮਾਰਕਸ ਜਿਹੜੇ ਇੰਪਰੂਵ ਕਿਵੇਂ ਕਰ ਸਕਦਾ ਹੈ ਕਿ ਉਹ ਸੈਕਿੰਡ ਟਾਈਮ ਜਿਹੜੇ ਸੈਸ਼ਨਲ ਆ ਐਕੈਡੈਮਿਕ ਈਅਰ ਦੇ ਵਿੱਚ ਉਹ ਦੇ ਸਕਦਾ ਹੈ ਦ ਐਵਰੇਜ ਸਕੋਰ ਆਫ ਦ 2 ਐਗਜ਼ਾਮੀਨੇਸ਼ਨ ਵੀ ਦਾ ਬੇਸਿਸ ਆਫ ਇੰਪਰੂਵਡ ਸੈਸ਼ਨਲ ਮਾਰਕਸ ਜਿਹੜੀ ਉਹਨਾਂ ਦੀ ਜਿਹੜੀ ਉਹ ਆ ਐਵਰੇਜ ਆ ਉਹਨਾਂ ਦੇ ਵਿੱਚੋਂ ਹਾਈਐਸਟ ਉਹ ਲੱਗੀ ਜਾਊਗੀ ਦੈਨ ਸੈਸ਼ਨਲ ਮਾਰਕਸ ਆਫ ਪ੍ਰੈਕਟੀਕਲ ਸ਼ੈਲ ਬੀ ਇੰਪਰੂਵਡ ਬਾਈ ਅਪੇਅਰਿੰਗ ਇਨ ਐਡੀਸ਼ਨਲ ਪ੍ਰੈਕਟਿਸ ਐਗਜ਼ਾਮੀਨੇਸ਼ਨ ਦੈਨ ਜਿਹੜੀ ਸੈਸ਼ਨਲ ਮਾਰਕਸ ਆ ਪ੍ਰੈਕਟੀਕਲ ਦੇ ਉਹ ਸ਼ੈਲ ਬੀ ਇੰਪਰੂਵਡ ਕਿਵੇਂ ਹੋ ਸਕਦੇ ਨੇ ਕਿ ਉਹਨਾਂ ਨੂੰ ਐਡੀਸ਼ਨਲ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਦੇਣੇ ਚਾਹੀਦੇ ਨੇ ਦੈਨ ਕੀ ਆ ਮੋਡ ਆਫ ਐਗਜ਼ਾਮੀਨੇਸ਼ਨ ਫਾਈਨਲ ਐਗਜ਼ਾਮੀਨੇਸ਼ਨ ਦੇ ਵਿੱਚ ਕੀ ਆ ਜਿਹੜੀ ਈਚ ਥਿਊਰੀ ਐਂਡ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਆ ਉਹ 3 ਹਾਰਸ ਦੀ ਉਹਨਾਂ ਦੀ ਡਿਊਰੇਸ਼ਨ ਟਾਈਮ ਹੁੰਦਾ ਹੈ ਦੈਨ ਕੈਂਡੀਡੇਟ ਨੂੰ ਫੇਲ ਇਨ ਦ ਥਿਊਰੀ ਜਿਹੜਾ ਕੈਂਡੀਡੇਟ ਫੇਲ ਹੋ ਜਾਂਦਾ ਥਿਊਰੀ ਦੇ ਵਿੱਚ ਜਾਂ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਉਹਨਾਂ ਦੀ ਕੀ ਆ ਉਹਨਾਂ ਨੂੰ ਰਿਪੇਅਰ ਭਰਨੀ ਪੈਂਦੀ ਹੈ ਕਿਹਦੇ ਵਿੱਚ ਬੋਥ ਇਨ ਥਿਊਰੀ ਐਂਡ ਪ੍ਰੈਕਟੀਕਲ ਦੇ ਵਿੱਚ ਫॉर द ਸੇਮ ਸਬਜੈਕਟ ਦੈਨ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਸ਼ੈਲ ਆਲਸੋ ਕੰਸਿਸਟ ਆ ਵਾਈਵਾ ਵੋਇਸ ਐਗਜ਼ਾਮੀਨੇਸ਼ਨ ਦੈਨ ਜਿਹੜੇ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਆ ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਵਾਈਵਾ ਉਹ ਐਗਜ਼ਾਮੀਨੇਸ਼ਨ ਦੇ ਦੁਆਰਾ ਲਿਆ ਜਾਂਦਾ ਹੈ ਦੈਨ ਮਿਨੀਮਮ ਮਾਰਕਸ ਫॉर ਪਾਸਿੰਗ ਦ ਐਗਜ਼ਾਮੀਨੇਸ਼ਨ ਜਿਹੜੇ ਫਾਈਨਲ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਕੈਂਡੀਡੇਟ ਨੂੰ ਉਹੀ ਕੈਂਡੀਡੇਟ ਪਾਸ ਡਿਕਲੇਅਰ ਕੀਤਾ ਜਾਂਦਾ ਹੈ ਜਿਹਨੇ ਐਟਲੀਸਟ 50% ਮਾਰਕਸ ਥਿਊਰੀ ਦੇ ਵਿੱਚੋਂ ਲਏ ਹੁੰਦੇ ਨੇ ਇਨਕਲੂਡ ਸੈਸ਼ਨਲ ਮਾਰਕਸ ਐਂਡ ਐਟਲੀਸਟ 50% ਮਾਰਕਸ ਇਨ ਈਚ ਆਫ ਦਾ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਇਨਕਲੂਡਿੰਗ ਸੈਸ਼ਨਲ ਮਾਰਕਸ ਜਿਹੜੇ ਉਹਨਾਂ ਨੇ 50% ਮਾਰਕਸ ਪ੍ਰੈਕਟੀਕਲ ਦੇ ਵਿੱਚੋਂ ਅਤੇ 50 ਥਿਊਰੀ ਦੇ ਵਿੱਚੋਂ ਲਏ ਹੁੰਦੇ ਨੇ ਕਿ ਇਨਕਲੂਡ ਉਹਨਾਂ ਦੇ ਵਿੱਚ ਸੈਸ਼ਨਲ ਮਾਰਕਸ ਵੀ ਇਨਕਲੂਡ ਹੁੰਦੇ ਨੇ ਦੈਨ ਉਹੀ ਪਾਸ ਡਿਕਲੇਅਰ ਕੀਤਾ ਜਾਂਦਾ ਦੈਨ ਐਲੀਜੀਬਿਲਿਟੀ ਫॉर ਪ੍ਰਮੋਸ਼ਨ ਟੂ ਡਿਪਲੋਮਾ ਇਨ ਫਾਰਮੇਸੀ ਸੈਕਿੰਡ ਈਅਰ ਦੈਨ ਐਲੀਜੀਬਿਲਿਟੀ ਕੀ ਹੁੰਦੀ ਹੈ ਡਿਪਲੋਮਾ ਪ੍ਰਮੋਸ਼ਨ ਆਫ ਡਿਪਲੋਮਾ ਇਨ ਫਾਰਮੇਸੀ ਸੈਕਿੰਡ ਈਅਰ ਫਾਰਮੇਸੀ ਸੈਕਿੰਡ ਦੇ ਈਅਰ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਕੈਂਡੀਡੇਟ ਆ ਹੂ ਹੈਵ ਅਪੀਅਰਡ ਫॉर ਆਲ ਸਬਜੈਕਟ ਆਰ ਪਾਸਡ ਇਨ ਦਾ ਡਿਪਲੋਮਾ ਜਿਹੜਾ ਕੈਂਡੀਡੇਟ ਡਿਪਲੋਮੇ ਦੇ ਫਸਟ ਈਅਰ ਦੇ ਵਿੱਚੋਂ ਪਾਸਡ ਹੁੰਦਾ ਹੈ ਆਲ ਸਬਜੈਕਟ ਦੇ ਵਿੱਚੋਂ ਦੈਨ ਉਹਦੀ ਪਰਮਿਸ਼ਨ ਹੁੰਦੀ ਹੈ ਫਾਰਮੇਸੀ ਸੈਕਿੰਡ ਈਅਰ ਦੇ ਵਿੱਚ ਦੈਨ ਹਾਊਐਵਰ ਫੇਲੀਅਰ ਇਜ਼ ਮੋਰ ਦੈਨ 2 ਸਬਜੈਕਟ ਸ਼ੈਲ ਡਿਬੇਅਰ ਹਿਮ ਔਰ ਹਰ ਫॉर ਪ੍ਰਮੋਸ਼ਨ ਡਿਪਲੋਮਾ ਇਨ ਫਾਰਮੇਸੀ ਸੈਕਿੰਡ ਜੇ ਮਤਲਬ ਉਹਦੀ
2 ਸਬਜੈਕਟ ਦੇ ਵਿੱਚੋਂ ਫੇਲੀਅਰ ਦੈਨ ਉਹ ਡਿਬੇਅਰ ਹੋ ਜਾਂਦਾ ਹੈ ਪ੍ਰਮੋਸ਼ਨ ਇਨ ਫਾਰਮੇਸੀ second year ਦੇ ਵਿੱਚ। then practical training after having appeared in a second year examination of D pharmacy conducted by board university to other improved examination body or any other courses accepted as being equivalent by pharmacy council of India। ਕੀ ਆ ਪ੍ਰੈਕਟੀਕਲ ਟ੍ਰੇਨਿੰਗ ਹੋਣੀ ਚਾਹੀਦੀ ਆ ਸੈਕਿੰਡ ਈਅਰ ਪਾਸ ਕਰਨ ਤੋਂ ਬਾਅਦ ਡੀ ਫਾਰਮੇਸੀ ਦਾ। ਉਹਦੇ ਵਿੱਚ ਕੀ ਆ ਕਿ ਕੈਂਡੀਡੇਟ ਆ ਉਹ ਐਲੀਜੀਬਲ ਹੋਣਾ ਚਾਹੀਦਾ ਅੰਡਰਗੋ ਪ੍ਰੈਕਟੀਕਲ ਟ੍ਰੇਨਿੰਗ ਵਨ ਇਨ ਮੋਰ ਦੈਨ ਫੋਲੋਇੰਗ ਇੰਸਟੀਟਿਊਟ ਨੇਮਲੀ ਟੋਟਲ ਜਿਹੜੇ 500 ਆਰਟਸ ਹੁੰਦੇ ਨੇ ਨੋਟ ਲੈਸ ਦੈਨ 3 ਮੰਥ ਦਾ ਉਹ ਟਾਈਮ ਹੁੰਦਾ ਹੈ। ਦੈਨ ਹੌਸਪੀਟਲ ਡਿਸਪੈਂਸਰੀ ਰਨ ਬਾਈ ਸੈਂਟਰਲ ਸਟੇਟ ਗਵਰਨਮੈਂਟ ਮਿਊਨਸੀਪਲ ਕਾਰਪੋਰੇਸ਼ਨ ਸੈਂਟਰਲ ਗਵਰਨਮੈਂਟ ਹੈਲਥ ਸਕੀਮ ਐਂਡ ਇੰਪਲੋਏ ਸਟੇਟ ਇੰਸ਼ੋਰੈਂਸ ਸਕੀਮ ਉਹ ਇੱਥੇ ਟ੍ਰੇਨਿੰਗ ਲੈ ਸਕਦੇ ਨੇ ਹੌਸਪੀਟਲ ਦੇ ਵਿੱਚ ਜਾਂ ਡਿਸਪੈਂਸਰੀ ਦੇ ਵਿੱਚ ਜਿਹੜੀਆਂ ਕਿ ਰਨ ਕੀਤੀਆਂ ਜਾਂਦੀਆਂ ਸੈਂਟਰ ਸਟੇਟ ਗਵਰਨਮੈਂਟ ਦੇ ਦੁਆਰਾ। ਦ ਫਾਰਮੇਸੀ ਕੈਮਿਸਟ ਐਂਡ ਡਰੱਗਿਸਟ ਲਾਇਸੈਂਸ ਅੰਡਰ ਦ ਐਕਟ ਐਂਡ ਕਾਸਮੈਟਿਕ ਰੂਲਸ 1945 made under the Drug and Cosmetic Act 1940। ਕੈਮਿਸਟ ਅਤੇ ਡਰੱਗਿਸਟ ਲਾਇਸੈਂਸ ਹੋਣੇ ਚਾਹੀਦੇ ਨੇ ਅੰਡਰ ਡਰੱਗ ਐਂਡ ਕਾਸਮੈਟਿਕ ਰੂਲਸ ਦੇ ਵਿੱਚ। ਦੈਨ ਫਿਰ ਕੀ ਹੈ 8th ਕੀ ਇਕੁਅਲੈਂਸ ਆਫ ਸਬਜੈਕਟ ਫੋਰੈਂਸਿਕ ਫਾਰਮੇਸੀ ਐਂਡ ਐਥਿਕਸ ਆਫ ਸੈਕਿੰਡ DCP ਇਜ਼ ਇਕੁਅਲੈਂਟ ਫਾਰਮੇਸੀ ਜੂਰਿਸਪੋਂਡੈਂਸ। ਇਹਦੇ ਵਿੱਚ ਕੀ ਹੈ ਕਿ ਫੈਕਟ ਆ ਜਾਂਦੇ ਨੇ ਕਿ ਜਿਹੜੇ ਐਥਿਕਸ ਆਫ ਸੈਕਿੰਡ DCP ਉਹਦੇ ਵਿੱਚ ਉਹ ਨਿਊ ਹੁੰਦੇ ਨੇ 1991 ਦੇ ਵਿੱਚ ਅਤੇ ਫਾਰਮਾਕੋਗਨਸੀ ਹੁੰਦੇ ਨੇ ਉਹ ਕਿਹਦੇ ਅੰਡਰ ਹੁੰਦੇ ਨੇ 1991 ਦੇ ਰੂਲ ਦੇ ਅੰਡਰ। ਅਤੇ ਫਾਰਮਾਸਿਊਟਿਕਸ ਅਤੇ DCP ਡਰੱਗ ਕੰਟਰੋਲ ਫਾਰਮੇਸੀ ਉਹ ਇਕੁਅਲੈਂਸ ਸੈਕਿੰਡ ਫਸਟ ਐਂਡ ਸੈਕਿੰਡ ਈਅਰ ਹੁੰਦੇ ਨੇ 1991 ਦੇ ਵਿੱਚ। ਦੈਨ ਟੇਬਲ ਆਫ ਸਬਜੈਕਟ ਦਿੱਤਾ ਹੋਇਆ ਕਿ ਫਾਰਮੇਸੀ ਫਸਟ ਈਅਰ ਦੇ ਵਿੱਚ ਡੀ ਫਾਰਮਾ ਦੇ ਕਿਹੜੇ ਸਬਜੈਕਟ ਹੁੰਦੇ ਨੇ ਅਤੇ ਸੈਕਿੰਡ ਦੇ ਵਿੱਚ ਕਿਹੜੇ ਸਬਜੈਕਟ ਹੁੰਦੇ ਨੇ। ਦੈਨ ਹੈਗਾ ਦਾ ਸੈਂਟਰ ਰਜਿਸਟ੍ਰੇਸ਼ਨ ਆਫ ਫਾਰਮਾਸਿਸਟ। ਦ ਸੈਂਟਰ ਰਜਿਸਟ੍ਰੇਸ਼ਨ ਆਫ ਫਾਰਮਾਸਿਸਟ ਇਜ਼ ਮੇਨਟੇਨਡ ਬਾਈ ਦ PCI ਜਿਹੜੀ PCI ਦੇ ਦੁਆਰਾ ਸੈਂਟਰ ਰਜਿਸਟ੍ਰੇਸ਼ਨ ਆਫ ਫਾਰਮਾਸਿਸਟ ਦਾ ਮੇਨਟੇਨ ਕੀਤੀ ਗਈ ਆ ਕਿਹਦੇ ਐਕਟ ਦੇ ਅੰਡਰ 1976। ਦਾ ਰਜਿਸਟਰ ਕੰਟੇਨ ਦ ਨੇਮ ਆਫ ਆਲ ਰਜਿਸਟਰ ਫਾਰਮਾਸਿਸਟ ਜਿਹੜਾ ਰਜਿਸਟਰ ਆ ਉਹ ਕੀ ਕੰਟੇਨ ਕਰਦਾ ਆਲ name of all registered pharmacists of different state ਤੇ each state pharmacy council is required to supply 5 copy to the its register to the PCI ਤੇ ਜਿਹੜੀਆਂ ਇਹ 5 copies ਆ ਰਜਿਸਟਰ ਦੀਆਂ ਇਹ PCI ਦੇ ਫਾਰਮੇਸੀ ਕੌਂਸਲ ਆਫ ਇੰਡੀਆ ਨੂੰ ਦੇਣੀਆਂ ਚਾਹੀਦੀਆਂ ਨੇ 1 April ਮਤਲਬ ਹਰੇਕ 1 April ਦੇ ਮਤਲਬ ਐਵਰੀ ਈਅਰ ਦੇ। ਦੈਨ ਕੀ ਇਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਸੈਂਟਰ ਰਜਿਸਟਰ ਇਜ਼ ਕੰਪਲੀਸ਼ਨ ਆਫ ਆਲ ਸਟੇਟ ਰਜਿਸਟਰਡਸ। It is a demean to a public document within the meaning of India Evidence Act 1976। to then state pharmacy council state pharmacy council ਦੇ ਵਿੱਚ ਕੀ ਹੁੰਦਾ ਹੈ the state government constitute a state pharmacy council under section 90 of the pharmacy। ਇਹ ਕੀ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਮੈਂਬਰ ਹੁੰਦੇ ਨੇ ਫਸਟ ਕੀ ਹੁੰਦਾ elected member ਨੋਮੀਨੇਟਡ ਮੈਂਬਰ ਅਤੇ ਐਕਸ ਆਫਿਸ ਮੈਂਬਰਸ। ਇਲੈਕਟਡ ਦੇ ਵਿੱਚ ਕੀ ਹੁੰਦੇ ਨੇ ਇਹਦੇ ਵਿੱਚ 6 ਰਜਿਸਟਰਡ ਫਾਰਮਾਸਿਸਟ ਹੁੰਦੇ ਨੇ ਇਲੈਕਟਡ ਫਰੋਮ ਅਮੰਗਸਟ ਦੈਮਸੈਲਵਸ ਦੇ ਵਿੱਚ। ਇਹਦੇ ਵਿੱਚ 6 ਰਜਿਸਟਰਡ ਫਾਰਮਾਸਿਸਟ ਹੁੰਦੇ ਨੇ ਜਿਹੜਾ 1 ਮੈਂਬਰ ਹੈ ਇਲੈਕਟਡ ਫਰੋਮ ਅਮੰਗਸਟ ਦੈਮਸੈਲਵਸ ਤੋਂ ਦੁਆਰਾ ਉਹ ਬਾਏ ਦਾ ਮੈਂਬਰ ਆਫ ਮੈਡੀਕਲ ਕੌਂਸਲ ਆਫ ਦਾ ਸਟੇਟ। ਇਹਨਾਂ ਦੇ 6 ਦੇ ਵਿੱਚੋਂ ਇੱਕ ਜਿਹੜਾ ਮੈਂਬਰ ਆ ਉਹ ਕੀ ਆ ਮੈਂਬਰ ਹੋਣਾ ਚਾਹੀਦਾ ਮੈਡੀਕਲ ਕੌਂਸਲ ਆਫ ਦਾ ਸਟੇਟ। ਦੈਨ ਨੋਮੀਨੇਟਡ ਮੈਂਬਰ ਕਿਹੜੇ ਹੁੰਦੇ ਨੇ 5 ਮੈਂਬਰ ਆਫ whom at least 3 shall be possessing a degree or diploma in pharmacy or pharmaceutical chemist or registered pharmacist nominated by the state government। ਇਹਦੇ ਵਿੱਚ ਜਿਹੜੇ 5 ਮੈਂਬਰਸ ਹੁੰਦੇ ਨੇ ਉਹਨਾਂ ਵਿੱਚੋਂ ਐਟਲੀਸਟ ਜਿਹੜੇ 3 ਆ ਉਹਨਾਂ ਦੀ ਕੀ ਆ ਜਿਹੜੀ ਕੁਆਲੀਫਿਕੇਸ਼ਨ ਹੋ ਜਾਂਦੀ ਹੈ ਜਾਂ ਤਾਂ ਡਿਗਰੀ ਔਰ ਡਿਪਲੋਮਾ ਹੋਣੀ ਚਾਹੀਦੀ ਹੈ ਫਾਰਮੇਸੀ ਦੇ ਵਿੱਚ ਜਾਂ ਫਾਰਮਾਸਿਊਟੀਕਲ ਕੈਮਿਸਟਰੀ ਹੋਣੀ ਚਾਹੀਦੀ ਹੈ ਜਾਂ ਉਹ ਕੀ ਹੋਣਾ ਚਾਹੀਦਾ ਰਜਿਸਟਰ ਹੋਣਾ ਚਾਹੀਦਾ ਫਾਰਮਾਸਿਸਟ ਨੋਮੀਨੇਟਡ ਬਾਈ ਦਾ ਸਟੇਟ ਗਵਰਨਮੈਂਟ। ਦੈਨ ਐਕਸ ਆਫਿਸੋ ਮੈਂਬਰ ਇਹਦੇ ਵਿੱਚ ਕੀ ਆ ਚੀਫ ਐਡਮਿਨਿਸਟ੍ਰੇਟਿਵ ਮੈਡੀਕਲ ਆਫਿਸਰ ਹੁੰਦੇ ਨੇ ਸਟੇਟ ਦੇ ਆਫਿਸਰ ਇਨ ਚਾਰਜ ਆਫ ਅ ਡਰੱਗ ਐਂਡ ਕਾਸਮੈਟਿਕ ਐਕਟ ਹੁੰਦੇ ਨੇ ਗਵਰਨਮੈਂਟ ਐਨਾਲਿਸਟ ਅੰਡਰ ਦਾ ਡਰੱਗ ਐਂਡ ਕਾਸਮੈਟਿਕ ਐਕਟ ਔਰ ਵੇਅਰ ਦੇਅਰ ਇਜ਼ ਮੋਰ ਦੈਨ 1 ਸੱਚ ਸਟੇਟ ਗਵਰਨਮੈਂਟ ਮੇ ਅਪੁਆਇੰਟ ਇਨ ਦਾ ਬਿਹਾਫ ਹੁੰਦੇ ਨੇ। ਦੈਨ ਇਹਨਾਂ ਦੇ ਫੰਕਸ਼ਨਸ ਕੀ ਨੇ ਇਟ ਪ੍ਰਪੇਅਰ ਐਂਡ ਮੇਨਟੇਨ ਦਾ ਸਟੇਟ ਰਜਿਸਟਰ ਆਫ ਫਾਰਮਾਸਿਸਟ ਇਨ ਦੀ ਪ੍ਰਿਸਕ੍ਰਾਈਬ ਮੈਨਰ। ਇਹ ਜਿਹੜੇ ਪ੍ਰਪੇਅਰ ਕਰਦੇ ਨੇ ਮੇਨਟੇਨ ਕਰਦੇ ਨੇ ਸਟੇਟ ਰਜਿਸਟਰ ਆਫ ਫਾਰਮਾਸਿਸੀ ਦੀ ਪ੍ਰਿਸਕ੍ਰਾਈਬ ਮੈਨਰ ਦੇ ਵਿੱਚ। ਦੈਨ ਇਟ ਸ਼ੈਲ ਸਪਲਾਈ 5 ਕਾਪੀ ਇਹ 5 ਕਾਪੀਜ਼ ਜਿਹੜੀਆਂ ਰਜਿਸਟਰ ਦੀਆਂ ਹੁੰਦੀਆਂ ਨੇ ਉਹ PCI ਨੂੰ ਦਿੰਦੇ ਨੇ 1 April ਮਤਲਬ ਹਰੇਕ ਸਾਲ ਦੀ 1 April ਨੂੰ
then it shall pay 1/4 to the total fees collected। ਇਹ ਕੀ ਕਰਦੇ ਨੇ, ਪੇ ਕਰਦੇ ਨੇ 1/4 ਜਿਹੜੀ ਟੋਟਲ ਫੀਸ ਹੁੰਦੀ ਨੇ ਕਲੈਕਟਡ ਹੁੰਦੀ ਹੈ PCI ਦੀ, ਉਹਦੇ 1/4 ਪੇ ਕਰਦੇ ਨੇ। ਦੈਨ ਸਟੇਟ ਫਾਰਮੇਸੀ ਜਿਹੜੇ ਕੌਂਸਲ ਹੁੰਦੇ ਨੇ ਅਪੋਇੰਟ ਕੀਤੇ ਜਾਂਦੇ ਨੇ ਇੰਸਪੈਕਟਰ ਟੂ ਇੰਸਪੈਕਟ ਦ ਪਰਮਿਸਿਸ ਵੇਅਰ ਡਰੱਗ ਆਰ ਕੰਪਾਊਂਡਡ ਔਰ ਡਿਸਪੈਂਡ ਐਂਡ ਟੂ ਇਨਵੈਸਟੀਗੇਟ ਐਨੀ ਕੰਪਲੇਂਟ ਗਿਵਨ ਇਨ ਰਾਈਟਿੰਗ। ਉਹ ਕੀ ਕਰਦੇ ਨੇ, ਜਿਹੜੇ ਸਟੇਟ ਫਾਰਮੇਸੀ ਕੌਂਸਲ ਹੁੰਦੇ ਨੇ ਉਹ ਅਪੋਇੰਟ ਕਰਦੇ ਨੇ ਇੰਸਪੈਕਟਰ ਕਿਹਦੇ ਲਈ, ਇੰਸਪੈਕਟ ਕਰਨ ਦੇ ਲਈ ਜਿੱਥੇ ਕਿ ਡਰੱਗਸ ਡਿਸਪੈਂਸ ਹੁੰਦੀਆਂ ਨੇ ਜਾਂ ਇਨਵੈਸਟੀਗੇਟ ਕਰਦੇ ਨੇ ਐਨੀ ਕੰਪਲੇਂਟ ਜਿਹੜੀ ਰਿਟਨ ਦੇ ਵਿੱਚ ਦਿੱਤੀ ਗਈ ਹੈ। ਦੈਨ ਇਟ ਸਬਮਿਟ ਦਾ ਨਸੈਸਰੀ ਇਨਫੋਰਮੇਸ਼ਨ ਟੂ ਦਾ ਸਟੇਟ ਗਵਰਨਮੈਂਟ। ਉਹ ਕੀ ਕਰਦੇ ਨੇ, ਜਿਹੜੀ ਨਸੈਸਰੀ ਇਨਫੋਰਮੇਸ਼ਨ ਆ ਉਹ ਗਵਰਨਮੈਂਟ ਨੂੰ ਦਿੰਦੇ ਨੇ, ਵਿਚ ਮੇ ਬੀ